स्टार्ट। पिंड भूदन दे मेरे सत्कारयोग साथियों, वाहिगुरू जी का खालसा वाहिगुरू जी की फतेह। अस्सलाम वालेकुम। वालेकुम सलाम। ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਸੂਬਾ ਮਾਈਨੋਰਟੀ ਵਿੰਗ ਦਾ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੱਤੀ ਹੈ ਤੇ ਤੁਸੀਂ ਸਾਰਿਆਂ ਨੇ ਹਮੇਸ਼ਾ ਹੀ ਮੈਨੂੰ ਸਹਿਯੋਗ ਦਿੱਤਾ ਹੈ। ਇਸ ਪਿੰਡ ਦੇ ਪਾਰਟੀ ਦੇ ਸਾਰੇ ਵਲੰਟੀਅਰਾਂ ਨੇ ਹਮੇਸ਼ਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇੱਥੋਂ ਜਿਤਾ ਕੇ ਭੇਜਿਆ ਹੈ। ਇਸ ਦੇ ਲਈ ਪਾਰਟੀ ਜਿਹੜੀ ਹੈ ਹਮੇਸ਼ਾ ਹੀ ਇਸ ਪਿੰਡ ਦੇ ਯੂਨਿਟ ਤੇ ਹਮੇਸ਼ਾ ਫਖਰ ਕਰਦੀ ਹੈ। ਜੋ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਇਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਔਰ ਪੂਰੇ ਪੰਜਾਬ ਦੇ ਅੰਦਰ ਘੱਟ ਗਿਣਤੀਆਂ ਨੂੰ ਪਾਰਟੀ ਦੇ ਨਾਲ ਜੋੜਨ ਲਈ ਪੂਰੇ ਉਪਰਾਲੇ ਕਰਾਂਗਾ ਤੇ ਜੋ ਵੀ ਸਮੱਸਿਆਵਾਂ ਸਾਡੇ ਗਰੀਬ ਸਮਾਜ ਨੂੰ, ਘੱਟ ਗਿਣਤੀਆਂ ਨੂੰ, ਸਾਡੇ ਕਿਸਾਨ ਵੀਰਾਂ ਨੂੰ, ਸਾਡੇ ਸਮਾਜ ਦੇ ਵੱਖ ਵਰਗਾਂ ਦੇ ਲੋਕਾਂ ਨੂੰ ਦਰਪੇਸ਼ ਹਨ, ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਅਸੀਂ ਦਿਨ ਰਾਤ ਹਾਜ਼ਰ ਹਾਂ। ਜਦੋਂ ਵੀ ਤੁਹਾਨੂੰ ਕੋਈ ਦਿੱਕਤ ਆਵੇ, ਕੋਈ ਪਰੇਸ਼ਾਨੀ ਹੋਵੇ, ਕੋਈ ਪ੍ਰੋਬਲਮ ਹੋਵੇ, ਕਿਸੇ ਸਮੇਂ ਵੀ ਤੁਸੀਂ ਹਾਂਜੀ ਆਵਾਜ਼ ਮਾਰ ਸਕਦੇ ਹੋ। ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਇਹ ਗੱਲ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ 70 ਤੋਂ ਜ਼ਿਆਦਾ ਵਰ੍ਹਿਆਂ ਤੋਂ ਪੰਜਾਬ ਦੇ ਵਿੱਚ ਜਿਹੜਾ ਸਿਸਟਮ ਕੰਮ ਕਰ ਰਿਹਾ ਹੈ, ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਨੇ, ਭਾਵੇਂ ਉਹ ਅਕਾਲੀ ਦਲ ਹੈ, ਭਾਵੇਂ ਉਹ ਕਾਂਗਰਸ ਹੈ, ਪੰਜਾਬ ਦੇ ਲੋਕਾਂ ਨਾਲ ਵੱਡੇ ਪੱਧਰ ਤੇ ਧੋਖਾ ਤੇ ਧੱਕਾ ਕੀਤਾ ਹੈ। ਅੱਜ ਪੰਜਾਬ ਦੇ ਕਿਸਾਨ ਦੀ ਜੋ ਦੁਰਦਸ਼ਾ ਹੈ ਉਹ ਵੀ ਉਸੇ ਸਿਸਟਮ ਦੀ ਦੇਣ ਹੈ ਜਿਸ ਸਿਸਟਮ ਨੇ ਲੰਬੇ ਸਮੇਂ ਤੱਕ ਪੰਜਾਬ ਦੇ ਵਿੱਚ ਰਾਜ ਕੀਤਾ ਹੈ। ਕਿਸਾਨ ਨੂੰ ਉਹਨਾਂ ਦੀਆਂ ਫਸਲਾਂ ਦਾ ਨਾ ਤੇ ਪੂਰਾ ਮੁੱਲ ਮਿਲਿਆ, ਨਾ ਹੀ ਕਿਸਾਨ ਨੂੰ ਕਰਜ਼ੇ ਦੇ ਬੋਝ ਹੇਠੋਂ ਕੱਢਿਆ ਗਿਆ, ਜਿਸ ਦੇ ਫਲਸਰੂਪ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਇਆ। ਬੜੇ ਸ਼ਰਮ ਦੀ ਗੱਲ ਹੈ ਇਹਨਾਂ ਸਰਕਾਰਾਂ ਲਈ ਕਿ ਉਹ ਕਿਸਾਨ ਜਿਹੜਾ ਦੇਸ਼ ਦੇ ਅਨਾਜ ਦੇ ਭੰਡਾਰ ਭਰਦਾ ਹੈ, ਉਹ ਕਿਸਾਨ ਜਿਹੜਾ ਦੇਸ਼ ਦੇ ਲੋਕਾਂ ਨੂੰ ਅੰਨ ਉਗਾ ਕੇ ਦਿੰਦਾ ਹੈ, ਉਹਨਾਂ ਦਾ ਪੇਟ ਭਰਦਾ ਹੈ, ਉਹ ਖੁਦ ਮਤਲਬ ਹੈ ਵੀ ਕਰਜ਼ਿਆਂ ਦੇ ਬੋਝ ਹੇਠਾਂ ਦਬੇ ਹੋਣ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਮਜ਼ਦੂਰ ਦੀ ਖੇਤ ਮਜ਼ਦੂਰ ਹੋਵੇ, ਭਾਵੇਂ ਦਿਹਾੜੀ ਦੱਪਾਦਾਰ ਹੋਵੇ, ਉਸ ਦੀ ਹਾਲਤ ਵੀ ਆਪਾਂ ਜਾਣਦੇ ਹਾਂ ਕਿ ਉਹ ਵੀ ਬਹੁਤ ਤਰਸਯੋਗ ਹੈ। ਤੇ ਪਿੱਛੇ ਜਿਹੜੇ ਇਹਨਾਂ ਨੇ ਕੇਂਦਰੀ ਸਰਕਾਰ ਨੇ ਖੇਤੀਬਾੜੀ ਤੇ ਕਾਲੇ ਕਾਨੂੰਨ ਬਣਾਏ ਨੇ, ਉਹ ਅਗਰ ਮਤਲਬ ਵੀ ਸਾਡੇ ਕਿਸਾਨ ਜਥੇਬੰਦੀਆਂ, ਕਿਸਾਨਾਂ ਦੇ ਨਾਲ ਮਜ਼ਦੂਰ, ਵਪਾਰੀ, ਆੜ੍ਹਤੀਏ ਤੇ ਹੋਰ ਸਹਿਯੋਗੀ ਲੋਕ ਇਕਜੁੱਟਤਾ ਦੇ ਨਾਲ ਅਗਰ ਉਹ ਸੰਘਰਸ਼ ਨਾ ਵਿੱਢਦੇ ਤਾਂ ਪੰਜਾਬ ਦਾ ਕਿਸਾਨ, ਪੂਰੇ ਦੇਸ਼ ਦਾ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਵੀ ਵਾਂਝਾ ਹੋ ਜਾਣਾ ਸੀ ਤੇ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਤੋਂ ਵੀ ਉਸਨੂੰ ਬੜੀਆਂ ਦਿੱਕਤਾਂ ਆਉਣੀਆਂ ਸੀ। ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਲੋਕ ਧੁੱਪ ਦੇ ਵਿੱਚ, ਪਹਿਲਾਂ ਠੰਡ ਦੇ ਵਿੱਚ ਆਪਣੇ ਘਰ-ਬਾਰ ਛੱਡ ਕੇ ਸੜਕਾਂ ਤੇ ਬੈਠੇ ਨੇ, ਲੇਕਿਨ ਦੇਸ਼ ਦੀ ਜ਼ਾਲਮ ਸਰਕਾਰ ਨੂੰ ਹੋਰਾ ਤਰਸ ਨਹੀਂ ਆ ਰਿਹਾ। ਔਰ ਇਸ ਸੰਘਰਸ਼ ਦੇ ਦੌਰਾਨ ਕਿੰਨੇ ਸਾਡੇ ਕਿਸਾਨ ਵੀਰ, ਕਿੰਨੇ ਸਾਡੇ ਮਜ਼ਦੂਰ ਵੀਰ ਆਪਣੀਆਂ ਜਾਨਾਂ ਗਵਾ ਚੁੱਕੇ ਹਨ, ਸ਼ਹਾਦਤਾਂ ਦੇ ਚੁੱਕੇ ਹਨ।
ਇਸ ਤੇ ਵੀ ਉਹਨਾਂ ਨੂੰ ਕੋਈ ਉਹਨਾਂ ਨੂੰ ਤੇ ਅਸਰ ਜਾਂ ਪ੍ਰਭਾਵ ਨਹੀਂ ਹੋਇਆ। ਇਸ ਕਰਕੇ ਮੈਂ ਦੇਸ਼ ਦੀ ਉਸ ਜ਼ਾਲਿਮ ਸਰਕਾਰ ਨੂੰ, ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦਾ, ਦੇਸ਼ ਦਾ ਕਿਸਾਨ ਅਗਰ ਦੁਖੀ ਹੈ, ਅਗਰ ਉਸ ਨੂੰ ਤਪਾਇਆ ਸਤਾਇਆ ਜਾ ਰਿਹਾ ਹੈ, ਤਾਂ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ, ਕਦੇ ਵੀ ਦੇਸ਼ ਸੁਖੀ ਨਹੀਂ ਹੋ ਸਕਦਾ। ਜਿੱਥੇ ਦਾ ਅੰਨ ਉਗਾਉਣ ਵਾਲਾ ਅੰਨਦਾਤਾ ਕਿਸਾਨ ਹੀ ਦੁਖੀ ਹੋਏਗਾ, ਉਸ ਦੇਸ਼ ਦੇ ਅੰਦਰ ਨਾ ਮਜ਼ਦੂਰ, ਨਾ ਵਪਾਰੀ, ਨਾ ਆੜਤੀਆ, ਨਾ ਕੋਈ ਹੋਰ ਕਿਸੇ ਕਿੱਤੇ ਨਾਲ ਸੰਬੰਧਿਤ, ਕਿਸੇ ਹੋਰ ਵਰਗ ਨਾਲ ਸੰਬੰਧਿਤ ਲੋਕ ਤਰੱਕੀ ਕਰ ਸਕਦੇ ਨੇ। ਕਿਉਂਕਿ ਸਾਰਾ ਦਾਰੋਮਦਾਰ ਕਾਰੋਬਾਰ ਦਾ ਖੇਤੀ ਤੇ ਹੈ। ਖੇਤੀ ਅੱਛੀ ਹੋਏਗੀ, ਕਿਸਾਨ ਨੂੰ ਸਹੂਲਤਾਂ ਮਿਲਣਗੀਆਂ, ਕਿਸਾਨ ਖੁਸ਼ਹਾਲ ਹੋਏਗਾ, ਤਾਂ ਇੱਕ ਖੁਰਪੇ ਰੰਬੇ ਤੋਂ ਲੈ ਕੇ ਟਰੈਕਟਰ ਕੰਬਾਈਨਾਂ ਬਣਾਉਣ ਵਾਲੀਆਂ ਫੈਕਟਰੀਆਂ ਤੱਕ 'ਚ ਖੁਸ਼ਹਾਲੀ ਆਏਗੀ, ਤਰੱਕੀ ਹੋਏਗੀ। ਸਾਰੀਆਂ ਚੀਜ਼ਾਂ ਖੇਤੀ ਤੇ ਡਿਪੈਂਡ ਕਰਦੀਆਂ। ਦੂਸਰੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਨੇ ਪੰਜਾਬ ਨੂੰ, ਦੇਸ਼ ਨੂੰ ਪ੍ਰਫੁੱਲਤ ਕਰਨ ਲਈ ਇਸ ਦੇਸ਼ ਦੇ ਵਿੱਚੋਂ ਅੰਗਰੇਜ਼ਾਂ ਨੂੰ ਕੱਢਿਆ ਸੀ, ਅੱਜ ਉਹੀ ਲੋਕ ਇਸ ਦੇਸ਼ ਦੇ ਅੰਦਰ ਜ਼ੁਲਮੋ ਸਿਤਮ ਦਾ ਸ਼ਿਕਾਰ ਹਨ। ਆਜ਼ਾਦੀ ਤੋਂ ਬਾਅਦ ਸਾਨੂੰ ਕੀ ਮਿਲਿਆ? ਸਾਨੂੰ ਬੇਰੁਜ਼ਗਾਰੀ ਮਿਲੀ ਹੈ, ਬਿਮਾਰੀ, ਲਾਚਾਰੀ ਮਿਲੀ ਹੈ, ਸਾਨੂੰ ਜ਼ੁਲਮ, ਜ਼ਿਆਦਤੀ, ਬੇਇਨਸਾਫੀ ਮਿਲੀ ਹੈ, ਸਾਡੇ ਨਾਲ ਧੱਕਾ ਹੋਇਆ ਹੈ, ਵਾਅਦਾ ਖਿਲਾਫੀਆਂ ਹੋਈਆਂ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹਰ ਇਲੈਕਸ਼ਨ ਮੌਕੇ ਤੇ ਸਾਡੇ ਨਾਲ ਬਹੁਤ ਸਾਰੇ ਵਾਅਦੇ ਕੀਤੇ, ਪਰ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ, ਦੇਸ਼ ਦੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ। ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਲਿਖਿਆ ਸੀ, ਬਜ਼ੁਰਗਾਂ ਨੂੰ 2500 ਰੁਪਇਆ ਪੈਨਸ਼ਨ ਦੇਣ ਦੀ ਗੱਲ ਕਰੀ ਸੀ, ਬੇਰੁਜ਼ਗਾਰਾਂ ਲਈ 2500 ਰੁਪਇਆ ਭੱਤਾ ਦੇਣ ਦੀ ਗੱਲ ਕਰੀ ਸੀ, ਬਿਜਲੀ ਦੇ ਰੇਟ ਘੱਟ ਕਰਨ ਲਈ ਗੱਲ ਕਰੀ ਸੀ, 51000 ਰੁਪਇਆ ਸ਼ਗਨ ਸਕੀਮ ਦੀ ਗੱਲ ਕਰੀ ਸੀ, ਪਰ ਕਿਧਰੇ ਕੋਈ ਚੀਜ਼ ਨਹੀਂ ਨਜ਼ਰ ਆ ਰਹੀ। ਸਮਾਰਟਫੋਨ ਦੇਣ ਦੀ ਗੱਲ ਕਰੀ ਸੀ ਔਰ ਕਿਸਾਨਾਂ ਦੇ ਹਰ ਪ੍ਰਕਾਰ ਦੇ ਕਰਜ਼ੇ ਮਾਫ ਕਰਨ ਦੀ ਗੱਲ ਕਰੀ ਸੀ। ਪਰ ਜਦੋਂ ਅਸੀਂ ਝਾਤ ਮਾਰਦੇ ਹਾਂ ਚੋਣ ਮੈਨੀਫੈਸਟੋ ਵਿੱਚ ਕੀਤੇ ਹੋਏ ਵਾਅਦਿਆਂ ਵੱਲ, ਤਾਂ ਪੰਜਾਬ ਦੀ ਕੈਪਟਨ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ, ਸਗੋਂ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ। ਔਰ ਬੜੇ ਸ਼ਰਮ ਦੀ ਗੱਲ ਹੈ ਕਿ ਐਮਐਲਏ ਔਰ ਮੰਤਰੀਆਂ ਦੇ ਮੁੰਡਿਆਂ ਨੂੰ ਵੱਡੀਆਂ ਵੱਡੀਆਂ ਤਰਸ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ। ਘਰ ਘਰ ਨੌਕਰੀ ਦੇਣ ਦੀ ਬਜਾਏ ਮੰਤਰੀਆਂ ਤੇ ਐਮਐਲਏ ਦੇ ਬੱਚਿਆਂ ਨੂੰ, ਬੇਟਿਆਂ ਨੂੰ ਵੱਡੀਆਂ ਵੱਡੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ। ਤੇ ਅਗਰ ਅਸੀਂ ਚਾਹੁੰਦੇ ਹਾਂ ਕਿ ਇਸ ਸਿਸਟਮ ਨੂੰ ਬਦਲਿਆ ਜਾਵੇ, ਜੇਕਰ ਅਸੀਂ ਚਾਹੁੰਦੇ ਹਾਂ ਕਿ ਸਿੱਖਿਆ ਦਾ ਮਿਆਰ ਉੱਚਾ ਹੋਵੇ, ਜੇਕਰ ਅਸੀਂ ਚਾਹੁੰਦੇ ਹਾਂ ਕਿ ਸਿਹਤ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਵੀ ਦਿੱਲੀ ਦੇ ਲੋਕਾਂ ਵਰਗੀਆਂ ਮਿਲਣ, ਜੇਕਰ ਅਸੀਂ ਚਾਹੁੰਦੇ ਹਾਂ ਕਿ ਬਿਜਲੀ ਸਸਤੀ ਹੋਵੇ, ਜੇਕਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ, ਜੇਕਰ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦੀ ਹਾਲਤ ਸੁਧਰੇ, ਕਿਸਾਨਾਂ ਦੇ ਨਾਲ ਕੀਤੇ ਹੋਏ ਵਾਅਦੇ ਪੂਰੇ ਹੋਣ, ਕਿਸਾਨਾਂ ਨੂੰ ਸਹੂਲਤਾਂ ਮਿਲਣ, ਖੁਸ਼ਹਾਲੀ ਆਵੇ, ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦੇ ਠੀਕ ਭਾਅ ਮਿਲਣ, ਤਾਂ ਇਸ ਦੇ ਲਈ ਸਾਨੂੰ ਇਸ ਸਿਸਟਮ ਨੂੰ ਬਦਲਣਾ ਹੋਏਗਾ। ਅਸੀਂ ਇਹਨਾਂ ਨੂੰ ਕਈ ਵਾਰ ਮੌਕੇ ਦੇ ਕੇ ਆਜ਼ਮਾ ਚੁੱਕੇ ਹਾਂ। ਕਾਂਗਰਸ ਦੀਆਂ ਕਈ ਵਾਰ ਸਰਕਾਰਾਂ ਬਣੀਆਂ, ਕਈ ਵਾਰ ਅਕਾਲੀ ਦਲ ਦੀ ਸਰਕਾਰ ਬੀਜੇਪੀ ਨਾਲ ਮਿਲ ਕੇ ਬਣੀ,
ਪਰ ਨਾ ਅਕਾਲੀ ਸਰਕਾਰਾਂ ਨੇ ਨਾ ਕਾਂਗਰਸ ਸਰਕਾਰਾਂ ਨੇ, ਹੁਣ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਜਮੀ ਹੱਦ ਬੰਨੇ ਤੋੜਤੇ। ਪੂਰੇ ਦੇਸ਼ ਦੇ ਅੰਦਰ ਜ਼ੁਲਮ ਹੋ ਰਿਹਾ ਹੈ, ਧੱਕਾ ਹੋ ਰਿਹਾ ਹੈ। ਡੀਜ਼ਲ ਔਰ ਪੈਟਰੋਲ ਦੇ ਰੇਟ ਤੁਸੀਂ ਦੇਖ ਲਓ ਕਿੱਥੇ ਅਸਮਾਨਾਂ ਨੂੰ ਛੂ ਰਹੇ ਨੇ। ਔਰ ਮੈਂ ਜਿਵੇਂ ਪਹਿਲਾਂ ਗੱਲ ਕੀਤੀ, ਸਾਡੇ ਕਿਸਾਨ ਭਰਾ ਕਿਵੇਂ ਮਤਲਬ ਉੱਥੇ ਪਰੇਸ਼ਾਨੀ ਦੇ ਆਲਮ 'ਚ ਟਿਕਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੈਠੇ ਨੇ, ਪਰ ਦੇਸ਼ ਦੇ ਹੁਕਮਰਾਨਾਂ ਦੇ ਦਿਲਾਂ 'ਚ ਥੋੜਾ ਰਹਿਮ ਨਹੀਂ ਆ ਰਿਹਾ। ਸਾਥੀਓ, ਇਹ ਸਾਰੇ ਬਖੇੜੇ ਮਾੜੇ ਸਿਸਟਮ ਕਰਕੇ ਨੇ। ਇਸ ਮਾੜੇ ਸਿਸਟਮ ਨੂੰ ਬਦਲਣ ਲਈ ਸਾਨੂੰ ਫੇਰ ਮਤਲਬ ਸਮਾਂ ਮਿਲ ਰਿਹਾ ਹੈ। 6-7 ਮਹੀਨੇ ਬਾਅਦ ਪੰਜਾਬ ਦੇ ਅੰਦਰ ਚੁਣਾਵ ਹੋਣੇ ਨੇ ਵਿਧਾਨ ਸਭਾ ਦੇ। ਆਪਾਂ ਸਾਰਿਆਂ ਨੂੰ ਹੁਣੇ ਤੋਂ ਸਰਗਰਮੀ ਦੇ ਨਾਲ ਅੱਗੇ ਵਧਣ ਦੀ ਲੋੜ ਹੈ, ਤਾਂ ਕਿ ਆਪਾਂ ਪਿੰਡ ਲੈਵਲ ਤੇ ਵੀ ਔਰ ਦੂਸਰੇ ਪਿੰਡਾਂ 'ਚ ਵੀ ਜਿੱਥੇ ਆਪਣੀ ਰਿਸ਼ਤੇਦਾਰੀ ਹੈ ਜਾਂ ਦੋਸਤੀਆਂ ਹਨ ਜਾਂ ਮਿਲ ਵਰਤਨ ਹੈ ਜਾਂ ਸੰਬੰਧ ਹਨ, ਉਹਨਾਂ ਤੱਕ ਵੀ ਆਪਾਂ ਨੂੰ ਪਹੁੰਚ ਕਰਨ ਦੀ ਲੋੜ ਹੈ, ਤਾਂ ਕਿ ਆਪਾਂ ਚਾਰੇ ਪਾਸੇ ਜਿੱਥੇ ਤੱਕ ਆਪਣੀ ਪਹੁੰਚ ਹੈ ਇਸ ਆਮ ਆਦਮੀ ਪਾਰਟੀ ਦੀ ਲਹਿਰ ਨੂੰ, ਇਸ ਮੂਵਮੈਂਟ ਨੂੰ ਉੱਥੇ ਤੱਕ ਲੈ ਕੇ ਜਾਈਏ ਔਰ ਉਹਨਾਂ ਨੂੰ ਆਪਾਂ ਇਸ ਮੂਵਮੈਂਟ ਦਾ ਹਿੱਸਾ ਬਣਾ ਕੇ ਇਸ ਨਾਲ ਜੋੜ ਕੇ ਇਸ ਨੂੰ ਮਜ਼ਬੂਤੀ ਦਈਏ, ਤਾਂ ਕਿ 2022 ਦੀਆਂ ਜਿਹੜੀਆਂ ਸ਼ੁਰੂ ਵਿੱਚ ਚੋਣਾਂ ਹੋਣੀਆਂ ਨੇ ਉਹਨਾਂ ਵਿੱਚ ਆਪਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਜਿਤਾ ਕੇ ਇਸ ਕਰਪਟ ਸਿਸਟਮ ਨੂੰ ਖਤਮ ਕਰ ਸਕੀਏ ਔਰ ਇੱਕ ਐਸਾ ਵਧੀਆ ਸਿਸਟਮ ਪੰਜਾਬ ਦੇ ਅੰਦਰ ਲਾਗੂ ਕਰ ਸਕੀਏ ਜਿਸ ਦਾ ਮਾਡਲ ਸਾਨੂੰ ਦਿੱਲੀ ਦੀ ਸਰਕਾਰ ਨੇ ਪੇਸ਼ ਕਰਕੇ ਦਿਖਾਇਆ ਹੈ। ਔਰ ਉੱਥੇ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਉਹ ਰੇਟ ਮਿਲਦੇ ਨੇ ਜੋ ਕਮਿਸ਼ਨ ਨੇ ਮਤਲਬ ਮੁਕਰਰ ਕੀਤੇ ਸੀ। ਅਗਰ ਫਸਲ ਕਿਸੇ ਦੀ ਕੁਦਰਤੀ ਆਫਤ ਦੇ ਵਿੱਚ ਬਰਬਾਦ ਹੋ ਜਾਵੇ, ਤਬਾਹ ਹੋ ਜਾਵੇ, ਤਾਂ ਉਸ ਨੂੰ 20,000 ਰੁਪਏ ਪਰ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਮਿਲਦਾ ਹੈ। ਇੱਥੇ ਆਪਾਂ ਅਖਬਾਰਾਂ 'ਚ ਪੜ੍ਹਦੇ ਰਹਿੰਦੇ ਹਾਂ, ਸੁਣਦੇ ਰਹਿੰਦੇ ਹਾਂ ਕਿ ਫਸਲਾਂ ਬਰਬਾਦ ਹੋਣ ਦੀ ਸੂਰਤ 'ਚ 345 ਰੁਪਏ ਦਾ ਚੈੱਕ, 256 ਰੁਪਏ ਦਾ ਚੈੱਕ। ਤੇ ਇੱਕ ਪਾਸੇ ਤੇ ਕਿਸਾਨ ਦੇ ਨਾਲ ਮਤਲਬ ਹੈ ਵੀ ਕੁਦਰਤੀ ਆਫਤ ਆਉਣ ਕਰਕੇ ਉਹ ਮਤਲਬ ਵੀ ਘਟਨਾ ਵਾਪਰੀ ਕਿ ਉਹਦੀਆਂ ਫਸਲ ਤਬਾਹ ਹੋ ਗਈ, ਤੇ ਦੂਸਰੇ ਪਾਸੇ ਉਹਦੇ ਨਾਲ ਮਜ਼ਾਕ ਕੀਤਾ ਜਾਂਦਾ ਹੈ। ਇਸ ਕਰਕੇ ਭਰਾਵੋ, ਸਾਨੂੰ ਸਾਰਿਆਂ ਨੂੰ ਇਕਜੁੱਟਤਾ ਦੇ ਨਾਲ ਇਸ ਸਿਸਟਮ ਨੂੰ ਬਦਲਣ ਲਈ ਯਤਨ ਕਰਨੇ ਚਾਹੀਦੇ ਨੇ ਔਰ ਲੋਕਾਂ ਨੂੰ ਸਮਝਾ ਬੁਝਾ ਕੇ ਇਸ ਮੂਵਮੈਂਟ ਨੂੰ ਤਕੜਾ ਕਰਨ ਲਈ ਆਪਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਤੇ ਮੈਂ ਤੁਹਾਡਾ ਇੱਕ ਵਾਰ ਫੇਰ ਸਾਰਿਆਂ ਦਾ, ਤਿਲਵਿੰਦਰ ਜੀ ਜਿਹੜੇ ਸਾਡੇ ਇੱਥੇ ਪ੍ਰਧਾਨ ਹਨ, ਤੇ ਸਾਡੇ ਜਰਨੈਲ ਸਿੰਘ ਜੀ ਜਿਹੜੇ ਸਕੱਤਰ ਹਨ ਇਸ ਪਿੰਡ ਦੀ ਕਮੇਟੀ ਦੇ, ਤੇ ਤੁਸੀਂ ਸਾਰੇ ਜਿੰਨੇ ਵੀ ਸਾਥੀ ਹੋ, ਤੁਸੀਂ ਹਮੇਸ਼ਾ ਹੀ ਪਾਰਟੀ ਦਾ ਸਾਥ ਦਿੱਤਾ ਹੈ, ਪਾਰਟੀ ਨੂੰ ਮਜ਼ਬੂਤੀ ਬਖਸ਼ੀ ਹੈ, ਹਮੇਸ਼ਾ ਇਲੈਕਸ਼ਨਾਂ ਦੇ ਵਿੱਚ ਇੱਥੋਂ ਵੱਧ ਚੜ੍ਹ ਕੇ ਵੋਟਾਂ ਪਾਈਆਂ ਨੇ ਔਰ ਅਗਾਹਾਂ ਨੂੰ ਆਪਾਂ ਹੋਰ ਵੀ ਜ਼ਿਆਦਾ ਤਕੜੇ ਹੋ ਕੇ ਹੋਰ ਜ਼ਿਆਦਾ ਪਾਰਟੀ ਨੂੰ ਮਜ਼ਬੂਤ ਕਰਕੇ ਇੱਥੋਂ ਹੋਰ ਜ਼ਿਆਦਾ ਭਾਰੀ ਬਹੁਮਤ ਨਾਲ ਜਿਤਾ ਕੇ ਆਪਾਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੂੰ ਭੇਜੀਏ, ਤਾਂ ਕਿ ਪੰਜਾਬ ਦੇ ਅੰਦਰ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਸਕੀਏ ਔਰ ਇਸ ਕਰਪਟ ਸਿਸਟਮ ਨੂੰ ਬਦਲਣ ਵਿੱਚ ਆਪਣਾ ਯੋਗਦਾਨ ਪਾ ਸਕੀਏ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇੱਥੇ ਇਕੱਤਰ ਹੋਏ ਹੋ ਔਰ ਮੈਨੂੰ ਤੁਸੀਂ ਮਾਣ ਸਤਿਕਾਰ ਦਿੱਤਾ ਹੈ ਔਰ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਸਕਾਂ। ਵਾਹਿਗੁਰੂ ਜੀ ਕਾ ਖਾਲਸਾ।